सतनाम वाहिगुरु साहिब जीओ। जेता जीओ पिंड सब तेरा, तू अंतरजामी पुरख भगवान। दासन दास कहे जन नानक, जिहा तू कराहे तिहा हूँ करी बखिया। दासन दास कहे जन नानक, जिहा तू कराहे तिहा हूँ करी बखिया। वाहिगुरु जी का खालसा, वाहिगुरु जी की फतेह। चारे पदार्थों विचों अज आपां आखिरी पदार्थ की बात करनी है। धर्म अर्थ काम मोक्ष। मोक्ष शब्द का अर्थ कीता है रिहाई, मुक्ति, बंध खलासी। डॉक्टर रतन सिंह जग्गी ने ये अर्थ कुछ वखरे ढंग दे कीते ने। उन्हें मन्निया मोक्ष शब्द, मुक्ति शब्द मुच तो बनिया, संस्कृत का शब्द है। ते मुच दे अगे अर्थ कीते ने मुक्ति, अपने जीवन नूं किसी बंधन तो आजाद कर लेना, इहदा नाम मुक्ति है। हिंदू धर्म दे विच मुक्ति के 3 रूप मन्ने गए ने। एक जीवन मुक्त, दूजा नित मुक्त, तीजा मरण मुक्त। जीवन मुक्त वो अवस्था है जदों मनुख जिउंदियां जी बंधनां तो अपनी खलासी कर लैंदा है। नित मुक्त वो है जिहड़ा सदा दी रब विच अभेद हो गया। हुण उहनूं मुक्ति नाल ही वास्ता, होर कोई वास्ता ही नहीं, रब विच अभेद है। एक तीजी मुक्ति का जिक्र है मरण मुक्त। कोई बंदा बहुत दुखी होवे, कई बारी मौत नूं भी मुक्ति समझ लैंदा है, पर मौत मुक्ति नहीं है। 3 तरह की उन्हां विच गल है। इस्लाम की दुनिया ने इन 4 तरीकों नाल मन्निया है। मुक्ति के 4 पक्ष मन्ने ने। पहला पक्ष मन्निया है सलोक। और रब दे देश विच बसना, उस देश विच बसना, ये इस्लाम दी विचार है। उन्होंने भी लोग एक तरह की मुक्ति मानते हैं। दूजी मुक्ति है समीप, बिल्कुल रब दे नेड़े होके बसना, ये उस तो भी उत्ते है। तीजी मुक्ति का जिक्र है स्वरूप, बिल्कुल रब का रूप हो जाना, उहदा रूप, उहदे गुण अपने जीवन में धारण कर लेने। चौथी मुक्ति है जिहड़ी निरंकार दे चरनां विच सदीव काल वास्ते अभेदता, जिन्हों गुरमत ने प्रवान किया है। हुण आपां गुरमत दे दायरे च आ जाइए, क्योंकि मैं बहुता समा इन्हां चीज़ां ते नहीं लाउणा चाहुंदा। गुरमत ने मुक्ति के 2 पक्ष मन्ने ने। एक पक्ष है जिउंदियां जी मुक्त होना, और मैं भी बेनती करनी चाहना है जिहड़ा जिउंदियां जी मुक्त नहीं ना होया,
ਤੇ ਬੜਾ ਔਖਾ ਹੈ ਉਹਨੂੰ ਮਰਨ ਤੋਂ ਬਾਅਦ ਮੁਕਤੀ ਮਿਲ ਜਾਏ। ਜਿਉਂਦਿਆਂ ਜੀ ਗੁਰਮਤਿ ਨੇ ਮੁਕਤੀ ਤੇ ਬੜਾ ਪਹਿਰਾ ਦਿੱਤਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਪਹਿਲੀ ਗੱਲ ਤੇ ਇਹ ਵਿਚਾਰ ਲਈਏ, ਕਈ ਵਾਰੀ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਗੁਲਾਮ ਕਿਸ ਗੱਲ ਦਾ, ਮੈਂ ਕਿਹੜੀ ਚੀਜ਼ ਤੋਂ ਮੁਕਤੀ ਲੈਣੀ ਹੈ। ਅੱਜ ਸਾਨੂੰ ਪ੍ਰਤੀਤ ਹੁੰਦਾ ਮੈਂ ਤੇ ਆਜ਼ਾਦ ਵਿਚਰ ਰਹੇ ਹਾਂ। ਸਭ ਕਹਿੰਦੇ ਨਹੀਂ ਭਲਿਆ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜਿਤਨੇ ਵੀ ਸਾਡੀ ਜ਼ਿੰਦਗੀ ਦੇ ਔਗਣ ਨੇ ਇਹ ਸਾਡੀ ਜ਼ਿੰਦਗੀ ਦੀਆਂ ਜੰਜੀਰਾਂ ਨੇ। ਗੁਲਾਮ ਦਾ ਕੀ ਕੰਮ ਹੁੰਦਾ ਹੈ ਜਾਂ ਜਿਹਦਾ ਗੁਲਾਮ ਹੈ, ਉਹਨਾਂ ਦੋਨਾਂ ਵਿੱਚ ਨਿਸ਼ਾਨੀ ਕੀ ਹੈ? ਉਹਦਾ ਜਦੋਂ ਜੀ ਕਰੇ ਉਹ ਹੁਕਮ ਕਰੇ ਤੇ ਆਪਣੀ ਮਰਜ਼ੀ ਵਰਤਾ ਲਵੇ, ਮੇਰੀ ਮਰਜ਼ੀ ਕੁਝ ਹੋਰ ਵੀ ਹੋਵੇ ਪਰ ਉਹ ਚੱਲਣ ਨਾ ਦੇਵੇ, ਤੇ ਇਹਦਾ ਮਤਲਬ ਮੈਂ ਕਿਸੇ ਦੇ ਗੁਲਾਮ ਹਾਂ। ਹੁਣ ਕੱਲ ਵੀ ਥੋੜਾ ਜਿਹਾ ਜ਼ਿਕਰ ਆਇਆ ਸੀ, ਅੱਜ ਮੈਂ ਬਹੁਤ ਉਸ ਪਾਸੇ ਨਹੀਂ ਜਾਣਾ। ਜੇ ਮੈਂ ਕਾਮ ਦੇ ਗੁਲਾਮ ਹੈ ਨਾ, ਤਾਂ ਕਾਮ ਨਾ ਚਾਹੁੰਦੇ ਹੋਇਆ ਵੀ ਮੇਰੇ ਕੋਲੋਂ ਉਹ ਕੰਮ ਕਰਵਾ ਦੇ। ਜੇ ਮੈਂ ਕ੍ਰੋਧ ਦੇ ਗੁਲਾਮ ਹੈ ਨਾ, ਕ੍ਰੋਧ ਦੀ ਗੁਲਾਮੀ ਹੈ, ਤਾਂ ਮੇਰੇ ਕੋਲੋਂ ਕ੍ਰੋਧ ਉਹ ਕਰਮ ਕਰਵਾ ਦੇ ਜਿਹੜਾ ਮੈਂ ਨਹੀਂ ਸੀ ਕਰਨਾ ਚਾਹੁੰਦਾ। ਲੋਭ ਹੈ, ਮੋਹ ਹੈ, ਹੰਕਾਰ ਹੈ। ਹੰਕਾਰ ਤੇ ਬਹੁਤਾ ਹੀ ਹੈ ਨਾ, ਅਸੀਂ ਉਹ ਕੰਮ ਨਹੀਂ ਕਰਨਾ ਚਾਹੁੰਦੇ ਪਰ ਹੰਕਾਰ ਕਰਵਾਉਂਦਾ ਹੈ। ਤੁਸੀਂ ਕਦੇ ਦੇਖਿਓ ਸੇਵਾ ਕਰਨ ਲੱਗੀਏ ਹੰਕਾਰ ਆਪਣੀ ਆਪ ਦੀ ਪੂਰਤੀ ਕਰਵਾ ਲੈਂਦਾ। ਜੇ ਕੋਈ 4 ਦਿਨ ਬੰਦਾ ਕਹਿ ਵੀ ਭਾਈ ਸਾਹਿਬ ਬੜੀ ਸੇਵਾ ਕਰ ਰਹੇ ਹੋ, ਉਸ ਦਿਨ ਜਿਹੜਾ 5ਵੇਂ ਦਿਨ ਆ ਕੇ ਸੇਵਾ ਕਰਾਂਗੇ ਉਹਦਾ ਰਾਸ਼ੀ ਵੱਖਰਾ ਹੋਏਗਾ, ਕਿਉਂਕਿ ਕੱਲ ਉਹਦੀ ਖੁਰਾਕ ਮਿਲ ਚੁੱਕੀ ਹੋਈ ਹੈ। ਜਦੋਂ ਅਸੀਂ ਇਹਨਾਂ ਬੰਧਨਾਂ ਵਿੱਚ ਪੈ ਕੇ ਕਰਮ ਕਰਨੇ ਹੈ, ਇਹ ਵੀ ਇੱਕ ਤਰ੍ਹਾਂ ਦੀ ਗੁਲਾਮੀ ਹੈ। ਕੋਈ ਮਾਇਆ ਦੀ ਗੁਲਾਮੀ ਕਰਦਾ ਹੈ, ਕੋਈ ਵਿਕਾਰਾਂ ਦੀ ਗੁਲਾਮੀ ਕਰਦਾ ਹੈ, ਕੋਈ ਲੋਕ ਲਾਜ ਦੀ ਗੁਲਾਮੀ ਕਰਦਾ ਹੈ। ਆਹ ਸ਼ਬਦ ਇੱਕ ਵਾਰੀ ਫਿਰ ਪੜਿਓ। ਸੇਵ ਕੀਤੀ ਸੰਤੋਖੀ, ਜਿਨੇ ਸੱਚੋ ਸੱਚ ਤੇ ਆਇਆ, ਉਹਨੀ ਮੰਦੇ ਪੈਰ ਨਾ ਰੱਖਿਓ ਨਾ, ਕਰ ਸੋਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਧਨਾ। ਹੁਣ ਆਹ ਬੰਧਨ ਜਿਹੜੇ ਨੇ ਇਹ ਦੁਨੀਆ ਦੇ, ਇਹ ਤੋੜਨੇ ਉਹੀਓ ਮਨੁੱਖ ਤੋੜ ਸਕਦਾ ਹੈ ਜਿਹੜਾ ਮਨੁੱਖ ਰੱਬ ਦੀ ਬੰਦਗੀ ਵਿੱਚ ਭਿੱਜਿਆ ਹੋਇਆ। ਨਹੀਂ ਤੇ ਲੋਕ ਲਾਜ ਨੂੰ ਤਿਆਗਣਾ ਬੜਾ ਔਖਾ ਹੈ, ਨਹੀਂ ਤਿਆਗੀ ਜਾਂਦੀ, ਨਹੀਂ ਸਾਡੇ ਕੋਲੇ ਬਰਦਾਸ਼ਤ ਹੁੰਦੀ। ਸਭ ਕਿਰਪਾ ਕਰ ਰਹੇ ਨੇ, ਕਹਿਣ ਲੱਗੇ ਜਿਨ੍ਹਾਂ ਨੇ ਇਹ ਗੱਲ ਸਮਝ ਲਈ, ਜਿਨ੍ਹਾਂ ਨੇ ਇਹ ਗੱਲ ਵਿਚਾਰ ਲਈ, ਉਹ ਦੁਨੀਆ ਦੀ ਪਰਵਾਹ ਛੱਡ ਕੇ ਰੱਬ ਦੀ ਬੰਦਗੀ ਕਰਦੇ ਨੇ। ਇੱਕ ਸ਼ਬਦ ਵੱਲ ਫਿਰ ਖਿਆਲ ਕਰਿਓ। ਹੁਣ ਦੇਖੋ ਸਾਨੂੰ ਕਿੰਨੀ ਗੁਲਾਮੀ ਹੈ। ਅਸੀਂ ਜ਼ਿੰਦਗੀ ਪਰ ਚਾਹਤ ਰੱਖਨੇ ਮੇਰੇ ਜੀਵਨ ਚ ਕੋਈ ਕਦੇ ਕੋਈ ਨਿਰਾਸ਼ ਨਾ ਹੋਵੇ, ਬਲਕਿ ਬਹੁਤੀ ਵਾਰੀ ਤਾਂ ਮੈਂ ਬੇਨਤੀ ਕਰਾਂ ਅਸੀਂ ਲੋਕਾਂ ਦੇ ਦਿਖਾਵੇ ਲਈ ਧਰਮ ਕਮਾਉਨੇ ਆ। ਹੁਣ ਕਬੀਰ ਸਾਹਿਬ ਦਾ ਇੱਕ ਬਚਨ ਹੈ ਬੜਾ ਪਿਆਰਾ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ, ਮਨ ਮਾਨੇ ਲੋਕ ਨਾ ਭਤੀਜੈ। ਤੇ ਹੁਣ ਆਹ ਹੈ ਬੰਦਗੀ, ਆਹ ਹੈ ਮੁਕਤੀ। ਕਹਿਣ ਲੱਗੇ ਨਾ ਨਹੀਂ ਭਤੀਜਦੇ ਤਾਂ ਕੀ ਹੋਇਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਕਹਿਣ ਲੱਗੇ ਨਹੀਂ ਮੰਨਦੇ ਨਾ ਮੰਨਣ ਦਿਓ, ਮੈਨੂੰ ਮੇਰੇ ਰੱਬ ਮੰਨ ਗਏ ਨਾ, ਮੈਨੂੰ ਮੇਰਾ ਪਰਮੇਸ਼ਰ ਮੰਨ ਗਏ ਨਾ, ਮੈਨੂੰ ਦੁਨੀਆ ਦੀ ਕੀ ਪਰਵਾਹ ਹੁਣ। ਇਹ ਹੈ ਜੀਵਨ ਵਿੱਚ ਮੁਕਤੀ, ਇਹ ਹੈ ਜੀਵਨ ਜਿਉਂਦਿਆਂ ਜੀ ਮੁਕਤੀ ਹਾਸਲ ਕਰਨੀ। ਗੁਰੂ ਕੀ ਬਾਣੀ ਵਿੱਚ ਬਹੁਤ ਐਸੇ ਬਚਨ ਆਏ ਨੇ, ਜਿੱਥੇ ਜੀਵ ਇਹਨਾਂ ਔਗਣਾਂ ਦੀ ਗੁਲਾਮੀ ਤੋਂ ਮੁਕਤ ਹੁੰਦਾ ਸਾਈਂ ਦੀ ਬੰਦਗੀ ਕਰਕੇ, ਜਦੋਂ ਇੱਕ ਪਲ ਮੈਂ ਹੋਰ ਲਵਾਂ। ਮੇਰੀ ਗੱਲ ਮਾਫ ਕਰ ਦਿਓ ਜੇ, ਸਿਮਰਨ ਦੀਆਂ 20 ਅਵਸਥਾਵਾਂ ਨੇ, ਕਦੇ ਵਕਤ ਮਿਲਿਆ ਤੁਹਾਡੇ ਨਾਲ ਫਿਰ ਸਾਂਝੀਆਂ ਕਰਾਂਗਾ, ਅੱਜ ਨਹੀਂ। ਜਿਵੇਂ ਇੱਕ ਮੈਂ ਰੋਟੀ ਦੀ ਉਦਾਹਰਨ ਦੇ ਦਿੰਦਾ, ਤੁਸੀਂ ਪ੍ਰਸ਼ਾਦਾ ਛਕਦੇ ਹੋ, ਉਹਦਾ ਪਹਿਲਾ ਕੰਮ ਕੀ ਹੈ? ਪਹਿਲਾ ਕੰਮ ਤੇ ਸਿਰਫ ਰਸ ਦੇਣਾ ਹੈ। ਕਿ ਮੈਂ ਕਰੋ ਅਸੀਂ ਖੁਰਾਕ ਦੀ ਗੱਲ ਬਾਅਦ ਵਿੱਚ ਕਰਨੇ, ਪਹਿਲਾਂ ਤੇ ਜ਼ੁਬਾਨ ਤੇ ਰੱਖਿਆ ਨਾ। 10 ਕਈ ਵਾਰੀ ਬੇਨਤੀ ਕਰਦਾ, ਤੁਸੀਂ ਕਦੇ ਦੇਖਿਓ, ਹਾਲਾਂਕਿ ਅਸੀਂ ਜਿਹੜੀਆਂ ਗਰਾਹੀਆਂ ਰੋਜ਼ ਖਾਂਦੇ ਆ, ਪਰ ਲੇਕਿਨ ਇੰਨੀ ਕੁ ਗੋਲੀ ਲੈਣੀ ਹੋਵੇ ਅਸੀਂ ਕਈ ਵਾਰੀ ਮੂੰਹ ਤਾਂ ਨੂੰ ਚੁੱਕਨੇ ਆ, ਕਈ ਵਾਰੀ ਪਾਣੀ ਦੀਆਂ ਘੁੱਟਾਂ ਪੀਨੇ ਆ, ਕਈ ਕੁਛ ਕਰਨੇ ਆ। ਉਹ ਕਿਉਂ? ਕਿਉਂਕਿ ਸਾਡਾ ਮਨ ਨਹੀਂ ਮੰਨਦਾ ਵੀ ਦਵਾਈ ਮੈਂ ਲਵਾਂ, ਦਵਾਈ ਵਿੱਚ ਰਸ ਨਹੀਂ ਹੈ, ਤਾਂ ਕਰਕੇ ਲੰਘੋੜੀ ਔਖੀ ਹੁੰਦੀ ਹੈ। ਔਰ ਦੂਜੇ ਮੁਕਾਬਲੇ ਵਿੱਚ ਪ੍ਰਸ਼ਾਦੇ ਆਪਾਂ ਛਕਨੇ, ਪਰ ਕਦੇ ਤੁਸੀਂ ਗਰਾਈ ਨੂੰ ਮੂੰਹ ਉਤਾਂ ਨੂੰ ਚੁੱਕ ਕੇ ਖਾਂਦਾ ਨਹੀਂ ਵੇਖਿਆ ਹੋਏਗਾ। ਆਮ ਖਾ ਲੈਨੇ, ਆਮ ਛਕ ਲੈਨੇ। ਕਹਿਣ ਤੋਂ ਮੁਰਾਦ ਜਿਹੜਾ ਭੋਜਨ ਦਾ ਪਹਿਲਾ ਕੰਮ ਹੈ ਉਹ ਹੈ ਕੇਵਲ ਰਸ ਦੇਣਾ।
दूजा भोजन का काम है तृप्ति देना, जिहड़ी मेरी भुख सी वो तृप्त होगी। तीजा काम है भोजन का खुराक बन के मेरी जिंदगी नूं ताकत देना। तो पहला सिमरन का काम है, पहला तो सानू सिमरन विच रस आ जाए, यही बड़ी वड्डी गल है, बहुत वड्डी गल है। रस आ जाए, कम से कम साडा मन ते प्रवान करन लगे ना, मैं करना जिहड़ी चीज च रस होवे ਉਹਨੂੰ ਤੇ ਬੰਦਾ ਖਾਣ ਨੂੰ ਰੱਜ ਕੇ ਭੱਜਦਾ। ਆਪਾਂ ਕਈ ਵਾਰੀ ਦੇਖਨੇ ਕਈਆਂ ਨੂੰ ਪਾਬੰਦੀ ਵੀ ਹੁੰਦੀ ਵੀ ਇਹ ਚੀਜ਼ ਨਹੀਂ ਖਾਣੀ, ਪਰ ਫਿਰ ਵੀ ਖਾਂਦੇ ਨੇ ਕਿਉਂਕਿ ਮਨ ਮੰਨਦਾ। ਜੇ ਲੱਖ ਨੂੰ ਜਿਵੇਂ ਵੀ ਹੋਵਣ, ਜੇ ਸਾਡਾ ਮਨ ਬੰਦਗੀ ਤੇ ਮੰਨ ਗਿਆ ਹੈ ਨਾ, ਸਿਮਰਨ ਤੇ ਮੰਨ ਗਿਆ ਹੈ ਨਾ, ਉਹਦੀ ਯਾਦ ਵਿੱਚ ਮੰਨ ਗਿਆ ਹੈ ਨਾ, ਫਿਰ ਤੇ ਸ਼ਲੋਕ 100 ਵਾਰੀ ਰੋਕਣ ਫਿਰ ਨਹੀਂ ਰੁਕਣਾ ਮਨ ਨੇ। ਪਹਿਲਾ ਕੰਮ ਹੈ ਰਸ, ਦੂਜਾ ਕੰਮ ਹੈ ਤ੍ਰਿਪਤੀ। ਹੁਣ ਸਿਮਰਨ ਵੀ ਕਰਦੇ ਆ ਤੇ ਕਿਵੇਂ ਕਰਿਓ, ਤ੍ਰਿਪਤੀ ਵੀ ਕੋਈ ਨਹੀਂ। दूजा काम है तृप्ति, तीजा काम है ताकत। हुण जदों काम आया, देखो तुसीं आम करके देखो, एक 16 17 18 20 ਦਾ जिन्ना मर्जी ला लीए, एक नौजवान बच्चा होवे, ਉਹਦੇ ਸਾਹਮਣੇ ਇੱਕ 3 ਕੁ ਸਾਲਾਂ ਦਾ ਬੱਚਾ ਲੜਨ ਲਈ ਆ ਜਾਏ ਤੇ ਤੁਸੀਂ ਆਪ ਸੋਚੋ ਵੀ ਕੌਣ ਜਿੱਤੇਗਾ। 20 ਸਾਲਾਂ ਵਾਲਾ ਬੱਚਾ ਜਿੱਤੇਗਾ, ਉਹਦੇ ਸਾਹਮਣੇ 3 ਸਾਲਾਂ ਵਾਲਾ ਬੱਚਾ ਕੀ ਕਰ ਸਕਦਾ ਹੈ? ਜਿਹਦੇ ਕੋਲ ਰੱਬ ਦੀ ਬੰਦਗੀ ਦੀ ਤਾਕਤ ਹੈ, ਉਹਦੇ ਸਾਹਮਣੇ ਕਾਮ ਕੀ ਕਰ ਸਕਦਾ ਹੈ? ਉਹਦੇ ਸਾਹਮਣੇ ਕ੍ਰੋਧ ਕੀ ਕਰ ਸਕਦਾ ਹੈ? ਜਦੋਂ ਉਹਦੇ ਵਿੱਚ ਸਿਮਰਨ ਦੀ ਤਾਕਤ ਆ ਗਈ, ਬੰਦਗੀ ਦੀ ਤਾਕਤ ਆ ਗਈ, ਉੱਥੇ ਜਾ ਕੇ ਸਿਮਰਨ ਨੇ ਇੱਕ ਤਾਕਤ ਬਣ ਜਾਣਾ ਹੈ। ਪਹਿਲੇ 2 ਜਿਹੜੇ ਕਰਮ ਨੇ ਉਹ ਹਜੇ ਬਾਹਰੀ ਤੌਰ ਤੇ ਨੇ। ਮੈਂ ਉਸੇ ਗੱਲ ਵੱਲ ਤੋਂ ਸ਼ੁਰੂ ਕਰਾਂ ਗੱਲ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਭਲਿਆ ਜਿਹੜੀ ਅਸਲ ਵਿੱਚ ਮੁਕਤੀ ਦੀ ਬਾਤ ਹੈ ਨਾ, ਉਹ ਸਿਮਰਨ ਕਰਦਿਆਂ, ਰੱਬ ਦੀ ਯਾਦ ਵਿੱਚ ਜੁੜਦਿਆਂ, ਪਰਮੇਸ਼ਰ ਨੂੰ ਚੇਤਾ ਰੱਖਿਆ, ਉਹਦੇ ਹੁਕਮ ਵਿੱਚ ਟੁਰਿਆ, ਇੱਕ ਸਾਰੇ ਕੋਈ ਸ਼ਬਦ ਨੇ। ਤੇ ਜਦੋਂ ਉਹਦੇ ਹੁਕਮ ਵਿੱਚ ਟੁਰਿਆ ਸਾਨੂੰ ਇਹ ਤਾਕਤ ਮਿਲੇਗੀ। ਅੰਤਰ ਆਤਮਾ ਦੇ ਹੁਕਮ ਵਿੱਚ ਟੁਰਨਾ ਸਾਨੂੰ ਚੰਗਾ ਲੱਗੇਗਾ। ਜਿਸ ਦਿਨ ਇਹ ਦਾਤ ਮਿਲੇਗੀ ਉਸ ਦਿਨ ਅਸੀਂ ਇਹਨਾਂ ਗੱਲਾਂ ਤੋਂ ਮੁਕਤ ਹੋ ਕੇ, ਇਹਨਾਂ ਗੱਲਾਂ ਤੋਂ ਬੇਪਰਵਾਹ ਹੋ ਕੇ ਮਾਲਕ ਦੇ ਚਰਨਾਂ ਵਿੱਚ ਜੁੜਾਂਗੇ। ਬੰਦਗੀ ਦਾ ਪਹਿਲਾ ਕਰਮ ਹੈ, ਜਿਹੜਾ ਬੰਦਾ ਆਪਣੇ ਜੀਵਨ ਵਿੱਚ ਬੇਪਰਵਾਹ ਨਹੀਂ ਨਾ ਦੁਨੀਆ ਤੋਂ ਹੋ ਸਕਿਆ, ਉਹ ਹਜੇ ਇਸ ਰਸਤੇ ਤੇ ਤੁਰ ਹੀ ਨਹੀਂ ਸਕਦਾ। ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ, ਜਾਂ ਕੋ ਪਾਕ ਸੁਆਮੀ। ਉਹ ਤੇ ਆਪਣੇ ਸਾਈਂ ਦੀ ਮੌਜ ਵਿੱਚ ਹੈ, ਉਹਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਹੈ। मैं गल होर अगे शुरू करनी चाहना। हुण गुरु तेग बहादुर साहब जी ने कुछ सरोक अपने दिमाग में रखियो। साहब ने मुक्ति की गल किहदे नाल कीती है? हरख सोक जांकै नहीं, ਇਹ 2 गल्लां। जे खुशी होवे ते मेरा मन किन्ना कुछ खुश हुंदा है, कल सोग होवे ते मेरा मन किन्ना कुछ दुखी हुंदा है। ये तो साफ जी अंदाजा है, ਜਿਹਦਾ ਮਨ ਜਿੰਨਾ ਖੁਸ਼ੀ ਵਿੱਚ ਪਾਗਲ ਹੋ ਜਾਂਦਾ ਹੈ, ਉਹਨਾਂ ਗਮੀ ਵਿੱਚ ਥੱਲੇ ਚਲਾ ਜਾਏਗਾ, ਕਿਉਂਕਿ ਨਾ ਉਹਨੂੰ ਖੁਸ਼ੀ ਮਨਾਉਣੀ ਆਉਂਦੀ, ਨਾ ਉਹਨੂੰ ਗਮੀ ਮਨਾਉਣੀ ਆਉਂਦੀ। ਜਿਹੜੇ ਬੰਦੇ ਨੇ ਖੁਸ਼ੀ ਵਿੱਚ ਵੀ ਆਪਣੇ ਜੀਵਨ ਦੇ ਕਲਮ ਨਾ ਡੋਲਣ ਦਿੱਤੇ, ਜਿਹੜੇ ਬੰਦੇ ਨੇ ਦੁਖੀ ਹੋਣ ਦੇ ਵੇਲੇ ਵੀ ਆਪਣੇ ਜੀਵਨ ਨੂੰ ਅਡੋਲ ਰੱਖਿਆ, ਯਕੀਨ ਕਰਕੇ ਜਾਣਿਓ ਸਤਿਗੁਰੂ ਆਖਰੇ ਨੇ, ਕਹਿਣ ਲੱਗੇ 4 ਚੀਜ਼ਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖੀਆਂ ਨੇ, ਜਿਹੜੇ ਜੀਵਨ ਉੱਤੇ 4 ਚੀਜ਼ਾਂ ਦਾ ਅਸਰ ਨਹੀਂ ਹੈ ਉਹ ਮੁਕਤ ਹੈ। ਹਰਖ ਸੋਗ ਜਾਂਕੈ ਨਹੀਂ, 2 ਗੱਲਾਂ ਨੇ, ਬੈਰੀ ਮੀਤ ਸਮਾਨ। ਹੁਣ ਦੇਖੋ ਜਿਹੜਾ ਬੈਰੀ ਹੈ ਉਹਦੇ ਨਾਲ ਤੁਸੀਂ ਮਿੱਤਰ ਵਰਗਾ ਵਿਹਾਰ ਕਰ ਸਕਦੇ ਹੋ, ਤੇ ਗੁਰੂ ਅਰਜਨ ਪਾਤਸ਼ਾਹ ਕਰ ਸਕਦੇ ਆ। ਜਿਹੋ ਜਿਹਾ ਪਿਆਰ, ਜਿਹੇ ਜਿਹੇ ਮਿੱਠੜੇ ਬੋਲ ਉਹ ਆਮ ਮੱਥਾ ਟੇਕਣ ਵਾਲੇ ਨੂੰ ਦਿੰਦੇ ਸਨ, ਹਰਮੰਦਰ ਸਾਹਿਬ ਆਉਣ ਵਾਲੇ ਨੂੰ ਦਿੰਦੇ ਸਨ, ਉਨੇ ਹੀ ਮਿੱਠੇ ਬੋਲ ਅੱਜ ਸੀਸ ਤੇ ਰੇਤ ਪਾਉਣ ਵਾਲੇ ਨੂੰ ਦੇ ਰਹੇ ਨੇ। ਉਹਨਾਂ ਦੇ ਸ਼ਬਦਾਂ ਵਿੱਚ ਨਿੱਕੀ ਜਿਹੀ ਵੀ ਕੁੜੱਤਣ ਨਹੀਂ ਹੈ, ਉਹਨਾਂ ਦੇ ਸ਼ਬਦਾਂ ਵਿੱਚ ਨਿੱਕੀ ਜਿਹੀ ਵੀ ਕਲਪਨਾ ਨਹੀਂ ਹੈ, ਅੰਸ਼ ਮਾਤਰ ਵੀ ਕਲਪਨਾ ਨਹੀਂ ਹੈ। ਬੈਰੀ ਮੀਤ ਸਮਾਨ, ਕਉ ਨਾਨਕ ਸੁਨ ਰੇ ਮਨਾ, ਮੁਕਤ ਤਾਹੀਂ ਤੈ ਜਾਨ। ਉਹ ਮਨਾ ਉਹ ਮੁਕਤ ਹੈ। 2 ਨਿਸ਼ਾਨ, 4 ਗੱਲਾਂ ਹੋਰ ਇਹ ਅਗਲੇ ਸ਼ਲੋਕ ਚ ਨੇ ਬਣੀਆਂ ਪੈ ਰਹੀਆਂ। ਉਸਤਦ ਨਿੰਦਾ ਨਾਹੀ ਜੇ, ਇਹ ਤਾਂ ਬਹੁਤਾ ਹੀ ਔਖਾ ਹੈ ਨਾ। ਬੇਨਤੀ ਕਰਾਂ, ਜਿੰਨਾ ਚਿਰ ਬੰਦਾ ਆਪਣੀ ਉਸਤਤ ਨਹੀਂ ਨਾ ਸੁਣ ਲੈਂਦਾ, ਉਹਨੂੰ ਚੈਨ ਨਹੀਂ ਆ ਸਕਦਾ, ਚੈਨ ਨਹੀਂ ਆ ਸਕਦਾ। ਅਸੀਂ ਅਸਲ ਵਿੱਚ ਵੈਰੀ ਜਾਂ ਮਿੱਤਰ ਬਣਾਇਆ ਕਿਹਨਾਂ ਨੂੰ ਹੋਇਆ? ਜਿਹੜੇ ਲੋਕ ਮੇਰੀ ਹਉਮੈ ਵਿੱਚ ਵਾਧਾ ਕਰਦੇ ਨੇ ਉਹ ਮੇਰੇ ਮਿੱਤਰ ਨੇ, ਜਿਹੜੇ ਲੋਕ ਮੇਰੀ ਹਉਮੈ ਨੂੰ ਠੋਕਰ ਮਾਰਦੇ ਨੇ ਉਹ ਲੋਕ ਮੇਰੇ ਦੁਸ਼ਮਣ ਨੇ। ਗਲਤੀ ਇਤਨੀ ਹੈ ਨਾ,
ਸਾਹਿਬ ਆਖਦੇ ਨੇ ਉਸਤਤ ਨੰਦਾ ਨਾਹੇ ਜੈ ਕੰਚਨ ਲੋ ਸਮਾਨ। ਹੁਣ ਅਸੀਂ ਸੋਨੇ ਦੀ ਮੁੰਦਰੀ ਤੇ ਪਾਉਨੇ ਆ, ਸੋਨੇ ਦੇ ਗਹਿਣੇ ਤੇ ਪਾਉਨੇ ਆ, ਪਰ ਲੋਹੇ ਦੇ ਨਹੀਂ ਪਾਉਂਦੇ। ਕਿਉਂ? ਕਿਉਂਕਿ ਲੋਹੇ ਦੇ ਪਾਇਆ ਮੇਰੀ ਬਦਨਾਮੀ ਹੋਣੀ ਹੈ, ਸੋਨੇ ਦੇ ਪਾਇਆ ਮੇਰੀ ਸ਼ੋਭਾ ਹੋਣੀ ਹੈ। ਜੇ ਸੋਨੇ ਅਤੇ ਇਹਨਾਂ ਦੋ ਚੀਜ਼ਾਂ ਦੀ ਗੁਲਾਮੀ ਵਿੱਚੋਂ ਨਹੀਂ ਨਿਕਲ ਸਕਿਆ ਤੇ ਫਿਰ ਬੰਦਿਆ ਅਗਲੀ ਮੁਕਤੀਆਂ ਦੀ ਕਿਹੜੀ ਗੱਲ ਕਰਨਾ ਤੂੰ? ਕਿਉਂਕਿ ਗੱਲ ਸੋਨੇ ਦੀ ਨਹੀਂ। ਮੈਂ ਇੱਕ ਬੇਨਤੀ ਕਰਦੀ ਹਾਂ, ਗੱਲ ਕੱਲੇ ਸੋਨੇ ਪਾਉਣ ਦੀ ਨਹੀਂ ਹੈ। ਇਹਦਾ ਪਿਛੋਕੜ ਬਹੁਤ ਵੱਡਾ ਹੈ, ਇਹਦਾ ਪਿਛੋਕੜ ਬਹੁਤ ਵੱਡਾ ਹੈ। ਹੁਣ ਜਦੋਂ ਮੇਰੀ ਨਜ਼ਰ ਵਿੱਚ ਸੋਨੇ ਤੇ ਲੋਹੇ ਦਾ ਅੰਤਰ ਹੈ, ਹੁਣ ਜਿਹੜਾ ਸੋਨਾ ਪਾ ਕੇ ਆਏਗਾ ਮੈਂ ਉਹਦੀ ਚਾਕਰੀ ਬਹੁਤੀ ਕਰਾਂਗਾ, ਕਿਉਂਕਿ ਮੈਨੂੰ ਲੱਗੇਗਾ ਵੀ ਸ਼ਾਇਦ ਇਹ ਬਹੁਤਾ ਅਮੀਰ ਹੈ ਤੇ ਮੈਨੂੰ ਬਹੁਤਾ ਕੁਝ ਦੇ ਸਕਦਾ। ਜਿਹਨੇ ਲੋਹਾ ਹੀ ਪਾਇਆ ਹੋਇਆ ਉਹਦੀ ਮੈਂ ਕਦਰ ਘੱਟ ਕਰਨੀ ਹੈ। ਆ ਤੁਸੀਂ ਅੱਜ ਪੰਜਾਬ ਦੀ ਧਰਤੀ ਤੇ ਜਾ ਕੇ ਦੇਖੋ, ਮੇਰੀ ਗੱਲ ਨੂੰ ਮਾਫ ਕਰ ਦਿਓ ਜੇ ਮੈਂ ਸੱਚੀ ਗੱਲ ਕਹਿਣ ਲੱਗਾ, ਥੋੜੀ ਕੌੜੀ ਤੇ ਹੈ। ਉਹ ਜਦੋਂ ਤੁਸੀਂ ਮੇਰੇ ਵਰਗੇ ਨੂੰ ਕਿਸੇ ਨੂੰ ਮਿਲਣ ਜਾਵੋ ਪਖੰਡੀ ਨੂੰ, ਤੇ ਜੇ ਪਤਾ ਲੱਗ ਜਾਏ ਬੰਦਾ ਬਾਹਰੋਂ ਆਇਆ ਫਿਰ ਤੇ ਆਰਾਮ ਕਰਦੇ ਨੂੰ ਬਿਠਾ ਲੈਣਗੇ। ਜੇ ਕੋਈ ਬੰਦਾ ਉੱਥੋਂ ਹੀ ਆਇਆ ਤਾਂ ਖਿਮਾ ਕਰਿਓ, ਭਾਵੇਂ ਉੱਥੇ ਰਹਿਣ ਵਾਲੇ ਬੰਦੇ 8-8 ਦਿਨ ਕਈ ਵਾਰੀ ਤਰਲੇ ਰਹਿੰਦੇ ਨੇ ਮਿਲਣ ਵਾਸਤੇ ਤੇ ਉਹਨਾਂ ਨੂੰ ਮਿਲਾਇਆ ਨਹੀਂ ਜਾਂਦਾ। ਕਿਉਂ? ਕਿਉਂਕਿ ਪਤਾ ਵੀ ਕੰਚਨ ਲੋ ਸਮਾਨ ਸਾਡੀ ਨਜ਼ਰ ਵਿੱਚ ਇੱਕ ਨਹੀਂ ਹੈ। ਜੇ ਸਾਡੀ ਨਜ਼ਰ ਵਿੱਚ ਇੱਕ ਨਹੀਂ ਹੈ। ਉਹਨਾਂ ਨੂੰ ਪਤਾ ਵੀ ਇੱਥੇ ਵਾਲਾ ਕੀ ਰੱਖੇਗਾ, ਰੁਪਈਆ ਰੱਖ ਦੇਗਾ, ਬਾਹਰ ਵਾਲੇ ਨੇ ਦਾਦਾ ਰੱਖਣੇ ਨੇ। ਜਿੰਨਾ ਚਿਰ ਇਹ ਭਾਵਨਾ ਹੈ ਉਹਨਾਂ ਚਿਰ ਤੇਰੀ ਅੱਖ ਵਿੱਚ ਫਰਕ ਆ ਜਾਣਾ। ਜਿੰਨਾ ਚਿਰ ਇਹ ਭਾਵਨਾ ਹੈ ਉਹਨਾਂ ਚਿਰ ਹਿਰਦੇ ਦੇ ਵਿੱਚ ਉਹ ਪਿਆਰ ਨਹੀਂ ਪੈਦਾ ਹੋ ਸਕਦਾ, ਜਿਹੜਾ ਇੱਕ ਮਨੁੱਖਤਾ ਨੂੰ ਪਿਆਰ ਕਰਨ ਵਾਲੀ ਬਾਤ ਹੈ। ਸਤਿਗੁਰੂ ਆਖਰੇ ਨੇ ਕਹਿਣ ਲੱਗੇ, ਸਜਣਾ ਜਿੰਨਾ ਚਿਰ ਇਹਨਾਂ ਵਿੱਚੋਂ ਮੁਕਤੀ ਨਹੀਂ ਨਾ ਹਾਸਲ ਕਰ ਸਕਦਾ ਤੇ ਉਹਨਾਂ ਚਿਰ ਅਗਲੀਆਂ ਮੁਕਤੀਆਂ ਦੀ ਗੱਲ ਛੱਡ ਦੇ। ਤੈਨੂੰ ਤਾਂ ਦੁਨੀਆ ਦੇ ਬੰਧਨਾਂ ਨੇ ਘੇਰਿਆ ਪਿਆ। ਵਿਕਾਰਾਂ ਦੇ ਬੰਧਨ ਸਾਡੇ ਵਿੱਚ ਨੇ, ਈਰਖਾ ਦੇ ਬੰਧਨ ਸਾਡੇ ਵਿੱਚ ਨੇ, ਤ੍ਰਿਸ਼ਨਾ ਦੇ ਬੰਧਨ ਸਾਡੇ ਵਿੱਚ ਨੇ, ਵੈਰੀ ਮਿੱਤਰ ਅਸੀਂ ਵੱਖੋ ਵੱਖਰੇ ਬਣਾਏ ਹੋਏ ਨੇ। ਕਿਤੇ ਜਾਤਾਂ ਦੇ ਬੰਧਨ ਲਈ ਬੈਠੇ ਆ, ਕਿਤੇ ਧਰਮਾਂ ਦੇ ਬੰਧਨ ਲਈ ਬੈਠੇ ਆ, ਕਿਤੇ ਆਪਣੇ ਪਰਾਏ ਦੇ ਬੰਧਨ ਲਈ ਬੈਠੇ ਆ। ਅਸੀਂ ਆਪਣੇ ਜੀਵਨ ਅੰਦਰ ਉਹਨਾਂ ਬੰਧਨਾਂ ਤੋਂ ਮੁਕਤ ਨਹੀਂ ਹੋ ਸਕੇ, ਬਲਕਿ ਬੰਧਨ ਬੜੇ ਮਜ਼ਬੂਤ ਕਰਕੇ ਰੱਖੇ ਹੋਏ ਨੇ। ਅੱਜ ਕਦੇ ਬਖਸ਼ੀ, ਮੈਂ ਬੇਨਤੀ ਕਰਾਂ, ਕਦੇ ਬਖਸ਼ੀ ਮਨੁੱਖ ਆਪਣੇ ਧੜੇ ਦੀ ਕੁਰਬਾਨੀ ਦਿੰਦਾ ਸੀ ਪਰ ਧਰਮ ਨੂੰ ਬਚਾਉਂਦਾ ਸੀ। ਅੱਜ ਮਨੁੱਖ ਧਰਮ ਨੂੰ ਕੁਰਬਾਨ ਕਰਦਾ ਪਰ ਧੜੇ ਨੂੰ ਬਚਾਉਂਦਾ। ਅਸੀਂ ਕਿਵੇਂ ਆਸ ਰੱਖ ਸਕਨੇ ਵੀ ਇਹ ਲੋਕ ਮੁਕਤ ਨੇ? ਸਿਰਫ ਸਾਡੇ ਕਹਿਣ ਦੀਆਂ ਕੁਝ ਬਾਤਾਂ ਨੇ। ਜਿਹਨੇ ਚਾਰ ਪਦਾਰਥ ਲੈਣੇ ਨੇ ਨਾ, ਸਾਹਿਬ ਵਕਤ ਨੇ ਕਹਿਣ ਲੱਗੇ, ਭਲਿਆ ਪੁਰਖਾ ਆਪਣੇ ਜੀਵਨ ਅੰਦਰ ਝਾਤ ਮਾਰ ਕੇ ਦੇਖ, ਤੈਨੂੰ ਪਤਾ ਲੱਗੇਗਾ ਜਿੰਨਾ ਚਿਰ ਤੂੰ ਇਹਨਾਂ ਮੁਕਤੀਆਂ ਨੂੰ ਹਾਸਲ ਨਹੀਂ ਕਰਦਾ ਉਹਨਾਂ ਚਿਰ ਅਗਲੇਰਾ ਪੰਥ ਤੇਰੇ ਲਈ ਬੜਾ ਔਖਾ ਹੈ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਉਹ ਲੋਕ ਮੁਕਤ ਨੇ ਤਿਨ ਟੂਟੀ ਜਮ ਕੀ ਫਾਸੀ। ਉਹਨਾਂ ਨੂੰ ਤਾਂ ਜਮਾਂ ਦੀ ਫਾਹੀ ਟੁੱਟ ਜਾਣੀ ਆਪਣੇ ਆਪ ਹੀ, ਜਿਨ੍ਹਾਂ ਨੇ ਆਪਣੇ ਜੀਵਨ ਅੰਦਰ ਐਸ ਮੁਕਤੀ ਨੂੰ ਹਾਸਲ ਕੀਤਾ। ਔਰ ਇੱਕ ਬੇਨਤੀ ਹੋਰ ਕਰਦੇ ਹਾਂ, ਜਨ ਆਵਨ ਕਾ ਇਹ ਸੁਭਾਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਕਰੇ ਸੰਸਾਰ। ਉਹ ਮਨੁੱਖ ਜਿਹਦੇ ਅੰਦਰ ਇਹ ਗੁਣ ਨੇ, ਜਿਹਦੇ ਅੰਦਰ ਲੋਹੇ ਤੇ ਸੋਨੇ ਦਾ ਅੰਤਰ ਨਹੀਂ, ਜਿਹਦੇ ਅੰਦਰ ਹਰਖ ਤੇ ਸੋਗ ਦਾ ਅੰਤਰ ਨਹੀਂ, ਜਿਹਦੇ ਅੰਦਰ ਵੈਰੀ ਤੇ ਮਿੱਤਰ ਦਾ ਅੰਤਰ ਨਹੀਂ, ਜਿਹਦੇ ਅੰਦਰ ਇਹਨਾਂ ਗੱਲਾਂ ਦੀ ਭਾਵਨਾ ਤੋਂ ਉੱਚਾ ਉੱਠ ਗਿਆ, ਉਹ ਆਪ ਵੀ ਮੁਕਤ ਹੈ ਤੇ ਦੂਜਿਆਂ ਨੂੰ ਵੀ ਮੁਕਤ ਕਰਨ ਦੀ ਤਾਕਤ ਰੱਖਦਾ ਹੈ। ਭਾਵ ਉਹਦੇ ਜੀਵਨ ਵੱਲ ਵੇਖ ਕੇ ਹੋਰ ਵੀ ਕੋਈ ਇਸ ਤਰ੍ਹਾਂ ਦਾ ਪਾਂਧੀ ਬਣ ਸਕਦਾ ਹੈ, ਆਪਣੇ ਜੀਵਨ ਨੂੰ ਮੁਕਤ ਕਰ ਸਕਦਾ ਹੈ। ਜੇ ਜੀਵਨ ਵਿੱਚ ਪਕੜ ਹੈ, ਪਕੜ ਭਾਵੇਂ ਔਲਾਦ ਦੀ ਹੈ, ਪਕੜ ਭਾਵੇਂ ਘਰ ਦੀ ਹੈ, ਪਕੜ ਭਾਵੇਂ ਸੋਨੇ ਚਾਂਦੀ ਦੀ ਹੈ, ਪਕੜ ਭਾਵੇਂ ਪਦਵੀ ਦੀ ਹੈ, ਜਿੰਨਾ ਚਿਰ ਜੀਵਨ ਅੰਦਰ ਇਹਨਾਂ ਚੀਜ਼ਾਂ ਦੀ ਪਕੜ ਹੈ ਤਾਂ ਖਿਮਾ ਕਰਿਓ ਉਹ ਬੰਦਾ ਆਜ਼ਾਦੀ ਦੇ ਪੰਧ ਤੇ ਨਹੀਂ ਟੁੱਟ ਸਕਦਾ। ਉਹਨੂੰ ਦੁਨੀਆ ਵਿੱਚੋਂ ਥੋੜਾ ਜਿਹਾ ਆਪਣਾ ਆਪਾ ਤਿਆਗ ਕੇ ਤੁਰਨਾ ਪਏਗਾ। ਪਹਿਲੀ ਗੱਲ ਇਹ ਹੈ। ਇੱਕ ਬੇਨਤੀ ਹੋਰ ਕਰਾਂ, ਖਿਮਾ ਕਰਿਓ ਹੈ ਗੱਲਾਂ ਬੜੀਆਂ ਔਖੀਆਂ ਪਰ ਲੇਕਿਨ ਕਮਾਉਣੀਆਂ ਚਾਹੀਦੀਆਂ ਨੇ। ਸਿੱਖੀ ਹੈ ਹੀ ਔਖੀ ਅਸਲ ਵਿੱਚ। ਆਪਣੇ ਮਨ ਨੂੰ ਆਪ ਸੋਚ ਕੇ ਦੇਖੋ ਵੀ ਮਨਾ, ਜੇ ਅੱਜ ਤੂੰ ਮਰਨ ਲੱਗਾ ਹੋਵੇਂ, ਘੜੀ ਪਲ ਮਗਰੋਂ ਤੇਰੀ ਮੌਤ ਆਉਣ ਲੱਗੀ ਹੈ, ਤੇ ਤੂੰ ਕਿਹਨੂੰ ਯਾਦ ਕਰੇਗਾ? ਤੇਰੀ ਜ਼ਿੰਦਗੀ 'ਚ ਕੌਣ ਰੁਕਾਵਟ ਬਣੇਗਾ? ਤੇਰਾ ਚਿੱਤ ਘਰ ਵੱਲ ਜਾਏਗਾ, ਤੇਰਾ ਚਿੱਤ ਘਰ ਵਾਲੀ ਵੱਲ ਜਾਏਗਾ, ਤੇਰਾ ਚਿੱਤ ਧੀਆਂ ਪੁੱਤਰਾਂ ਵੱਲ ਜਾਏਗਾ,
तेरा चित पैसे वाल जाएगा। अपने आप ਨੂੰ देखिए, ਜਦੋਂ ਇਹ ਗੱਲ ਦੇਖਾਂਗੇ ना फिर ही ਅਸੀਂ कोशिश करांगे भी मैं इस बंधन तो मुक्त होवां जिन्ना चिर मेरे जीवन अंदर ये बंधन है। मैं तो हैरान होना है, जिन्ने भी दुनियादार ने ना, जितने भी मौज मेले ने, तुसीं कदे देखियो ये शाम के वक्त खुलते ने। जितने भी दुनिया के मौज मेले ने उन्होंने अक्सर बूहे शामी खुलते ने। संसार है जितना वो इस गल विच उलझिया रहिंदा, शाम के वक्त इहो जे जीवन के विकारी वाले पासे जां जीवन की मौज वाले पासे इस पासे जांदे ने। जितने नशे ने उन्हां विचों बहुते नशियां की जिहड़ी शुरुआत है वो शाम के वेले हुंदी है। सवेरे बंदा टुटिया नशा लैंदा है, सवेरे नशा की चाहत नहीं है। हुण सवाल खड़ा है भाई इन्ना कुछ हो जाने के बावजूद सौण दीयां गोलियां लैके रोक रात नूं सौंदे ने। सतगुरु की देखो कैसी विलक्षणता विचार है। जदों मनुख सौण लगदा है, गुरु कहंदे उदों सोहला साहिब पढ़, ते सोहला साहिब दे जितने बहुते शब्द ने 5 शब्दां विचों सारियां विचों बहुती गल मौत दी चेते आउंदी है। लोग उस वेले भुल के सौना चाहते ने। लोग तो दुनियावी दुख दर्द गम नूं भी भुल के सौना चाहते ने। गुरु कहंदे गमां दी तां गल ही कोई नहीं, तू मौत नूं चेते रख के सौ, बल्कि तू ये चेते रख के सौ भी सवेर होण तक अपने जीवन अंदर झात मार के देख, इहां खाट चलो हर लाहा आगे बसन सुहेला। हुण काहदी प्रेरणा है? मौत दी तां सारी कहानी है। जेड़े बंदे ने अपने जीवन अंदर झात मार के इन्हां गल्लां तो मुक्त हो गया, उहनूं जीवन मुक्त कहंदे ने। एक गुरु का सिख गुरु अर्जन साहिब सच्चे पातशाह कोल एक बेनती करन लगा, सतगुरु जदों तेरी गुरबाणी पढ़दे सिखां नूं वेखने है ना, ते उहदे बहुतात नज़रां विच आउंदे ने। बड़े लोग ने जिहड़े मैनूं दसदे ने गुरबाणी पढ़ रहे ने, पर कोई ऐसा सिख भी है जिहड़ा गुरबाणी कमा रहा होवे, जो गुरबाणी कहंदी उहदे अनुसार जीवन भी होवे उहदा। साहब कहण लगे भी कोई गल नहीं, हजूर ने कृपा की उस गुरमुख नूं भाई भिखारी जी दे कोल भेजिया। हुण इतिहास विच ते गल बड़ी विद्वत है, मैं संखेप अखरां विच ही कहां, उस पासे ना जावां। भाई भिखारी दे घर गए ते ओहदे घर विच उस दिन ओहदे पुत्र दी शादी है। हुण जिहदे घर विच शादी होवे और घर दा जिम्मेवार बंदा होवे ते ओह ते किड्डा ज्यादा उस वेले खचत होएगा कारो विहारां च। सिख मिले आके उहदे विहड़े च खुशियां ने, कुर्बानी गाई जा रही है। ते ओ सिख ने मिल के ओ भाई भिखारी तक पहुंचया। भाई भिखारी अगे तप्पड़ सी लिया। हुण इस गल दी बड़ी हैरानगी होई भई एक दे घर च शादी होवे ते ये तप्पड़ तां किसे नूं 2 रुपये दे के सवा लो, एडा किहड़ा खास काम है जिहनूं लग्या होया। चलो फिर भी उन्हें विचार बनाई भी कोई गल नहीं, सोचने कोल चले गए ते उन्हें आख्या भी मैं गुरु अर्जन साहब सच्चे पातशाह कोलों आया। उन्हें आख्या जी आए नो बहुत बहुत कृपा की, तुसीं चरण पाए, पर हाले मैं तुहानूं वक्त नहीं दे सकदा, मैनू बहुत जरूरी जे। मैं हुण सिख होर भी हैरान होया भी मैं गुरु कोलों आया ते गुरु ने नहीं दस पाई है एडा की जरूरी काम कर रहा है, ये किसी कोलों करवा लवे। उन्हें बच्चन आखे भी इत्थे काम कोई भी कर लेगा। उन्हें आख्या नहीं, ये लोग शगना बशगना च फसे ने, इन्हां नहीं करना, इन्हां नहीं करना। मौत दे तप्पड़ ब्याह वेले कौन सी हुंदा है? ये ते ओही सी सकदा ना जिहदा मन गुरु चरणां च सीता गया होवे। ना मन्ने कहण लगे नहीं ये दूजियां दे करन दा काम नहीं है। उन्हां ठीक है। हुण शाम दा वक्त आया, कहण लगे आपां बाजार जाना है। आया होया सिख बड़ा खुश होया भी चलो हुण जाण लग्या कोई गलबात करेगा ते आखिरकार ब्याह शादी दी कोई समान रह गया होएगा, बाजारों लियाउणा होएगा। ते जदों बाजार गए ते हैरान होया, उन्हें मृतक दी समग्री खरीदी। हुण घर च ब्याह है, लोग शगनां दीयां गल्लां ते करदे ने,
पर मृतक की समग्री कोई खरीदे, ये तो बड़ी चंबे वाली बात सी। हुण बार बार गुरु का सिख जिहड़ा वो अपने आप नूं घोखदा है, या तो मैं गलत जगह ते आ गया जिथे साहब ने भेजा होएगा वो बंदा नहीं, या फिर दूजा कारण यह हो सकता है भी ये बंदा पखंड कर रहा है तो मैनू समझ नहीं लग रही। उन्हें बचन आखे भी मैं कुछ गल्लां करनियां ने, कहन लगे भलिया भी अजे वक्त नहीं है, चलो वक्त है मैं तुहानूं दसांगा, कोई बड़ी गल नहीं, तुसीं रहो 2-4 दिन। दूजा दिन आया, बेटे की शादी की, रात नौ राणी लैके आए ने, बड़ियां खुशियां ने। उसे रात पिंड विच भाणा वरतदा है, ਉਹਦੇ पुत्र दे गोली लगदी है, जदों गोली लगदी है ਉਹਨੂੰ लैके आ जांदे ने, ते लैके आए ते उन्हां उसे वेले बच्चन आखिया, कहन लगे बई कोई गल नहीं, जी आया नो। पुत्र दी लाश घरे आई ते कहन लगे कोई गल नहीं, जी आया नो, सारी तैयारी है, इशनान पान करवावो ते आपां अरदास करिए ते लैके चलीए। तप्पड़ बिछा दिते ते उन्हां उसे वेले समग्री सारी तैयार सी ते इशनान पान कीते, जो मृतक की तैयारी हुंदी ओह करके सारी लैके चले गए। हुण सिख हैरान, पर समान ही एक दिन पहला खरीदिया, सारा इनू पता सी दा मतलब, ते हैरानी दी गल कल एक खुशी च गरकिया नहीं सी होया ते अज एक गमी च नहीं गरकिया होया। जिहो जिहा जीवन इहदा मैं कल वेख रिहा सी उहो जिहा अज है। ਉਹ ਹੁਣ संस्कार करके आने तो बाद विच 2 सवाल पुछदा बड़े अजीब। पहला सवाल यह पुछदा है, कहन लगे भाई साहब तुहानूं इस गल दा पहला पता सी? वो कहन लगे हाँ मैनूं पहला पता सी। कहन लगे चलो ठीक है। फिर दूजी गल है जब तैनूं पता सी तू अरदास क्यों ना कीती गुरु चरनां च? वो कहन लगे भी भलिया जे अरदास कर लैंदा ते 5, 7, 10, 20, 50 साल मेरा पुत्र होर जी लेंदा ते उस तो बाद की होना सी? अंत तो मरना, आखिर ते गल इत्थे जाके निबड़नी है। उन्हें आख्या मरना ते है पर तू ये 4 दिन जिंदगी जी लेंदा। उन्हें हाथ जोड़े कहने लगे भलिया पुरखा, जिस मालिक ने दात दिती, जिस दिन ये दात दिती सी, जिवें मेरे घर विच उस दिन खुशी मनाई सी ना, ते ओना ही अज खुश होकर मैं अपने पुत्र की अर्थी नूं मोढा दिता। मेरे मन में कोई शिकवा नहीं है। जिन्ना मैं प्यार, जिन्ना मैं अदब इहनूं गोदी चुकन लग्या करदा सा ना, ओना ही अदब नाल मैं अपने साईं दा शुक्र करदियां दी अर्थी नूं मोढा दिता है। मेरे मन में कोई शंका नहीं है, मैनूं कोई इतराज नहीं है। जे उहदी दात लैण लग्या खुश होए सा ना, ते अज उहदी दात मोड़न लग्या अमानत विच क्यों खियानत करनी है? होर भी 4 दिन जी लैंदा ते की होना सी? ते उसे वेले गुरु के सिख ने फिर उहदे चरनां विच बैठ गया। कहन लगे सजना, ना तू गलत है ना मेरे गुरु अर्जन पातशाह गलत सन, मैं हूं गलत सा जिहड़ा तैनूं ओपरी नजर नाल वेख ना सकिया। कहन लगे हे गुरमुख प्यारिया, बैठ गल सुन, हुण सिੱਖੀ दी की परिभाषा है, की दुनिया विच मुक्ति दी गल है। कहन लगे भाना मनन मन थिर कीजै। कहन लगे अपने मन नूं टका, ए गुरु भाने विच तुरना सिख लवे। सतनाम को सिमरन करीजै। कहन लगे सतनाम दा सिमरन करना चाहिए, भाव अपने मन नूं तरवास देना चाहिए परमेश्वर दी बंदगी दे नाल। हर रोज उहदे चरनां विच जुड़ना चाहिए ते दिन रात इह साधन तो अलग करीजै। कहन लगे अपने जीवन दे अंदर इह साधन नूं अपनाई, इस कर्म नूं करी। तीजा बचन आख्या बड़ा प्यारा। कहन लगे इहदे नाल नाल एक गल होर अपने जीवन विच धारण करके रखी। जदों पहली गल है भाणा मनना, दूजी गल है सिमरन करना, तीजी गल है ओदी अमानत विच कदे खियानत नहीं करनी, ओदी रजा विच तुर के। ये 3 साधन है मुक्त के। कहन लगे 3 साधन ने मुक्ति दे, जे तू इन्हां नूं कमावेंगा तां तेरे जीवन विच एक वक्त आएगा, जीवन मुक्त सो आखिए मर जीवै मरिया। जीवन मुक्त ਉਹ ਨੇ ਜਿਹੜੇ ਜਿਉਂਦਿਆਂ जी अपने मन ਨੂੰ मार के दुनिया के विकारां तो, दुनिया के मोह ममता तो ऊंचे उठ के साईं दे चरनां विच जुड़दे ने।
अज वक्त बहुत सीमा च है, मैं दूजा पक्ष भी तुहाडे नाल साझा करना। एक ज़्यादा हावी हो जाता है, दूजा कमज़ोर रह जाता है, पर मैं एक दृष्टांत थोड़ा जिहा होर देना चाहुंदा। सजना, मान कर अपने सतगुरु दे उत्ते, मान करिए। कोई पुत्रां दा केवल बनवास सुनदा है, छत तो डिग के मर गया दशरथ। इहो जिहा बापू, इहो जिहा पिता होना बड़ा बड़ा मुश्किल। मैं नेड़े गल करदियां बिल्कुल। धन गुरु गोबिंद सिंह साहब सच्चे पातशाह ने, शायद आपको पता होगा, जिहड़ा दमदमा साहिब दे विच पाठ करवाया सी, वो खदराने दी ढाब ते शहीद होए लोकां दी याद विच है। सहज पाठ होया सी। असीं अखंड पाठ साहिब उत्थे लिखिया कई स्वार्थियां ने, पर सहज पाठ होया सी। ते उत्थे जिथे सहज पाठ होया है, उत्थे उस खदराने की ढाब ते शहीद होए लोगों की अरदास हुई, गुरु ने की, उथों का इतिहास है। पर अपने चारे पुत्तां की अरदास नहीं उन्हें की, अपने चारे पुत्तां की नहीं की अरदास। जीवन मुक्ति का रस्ता लभना है तो इस गुरु के अमृत बोलों विचों लभीए। जिन्ने तू प्यार नाल अपने चारे पुत्रां नूं गोद विच लैके बैठा सी ना, ते अज तेनू उन्ने ही प्यार नाल वेख्या तू चारे पुत्रां दी खबर सुन के भी अडोल है, जीवन मुक्त है। दूजा पक्ष साझा करना, समय की सीमा। दूजा पक्ष है, गुरमत ने बयान किया, रब दे घर भी उहिओ लोक मुक्त ने। असीं किहड़ी मुक्ति नूं मनदे हैं? असीं नरकां स्वर्गां दी भावना विच नहीं पैंदे। कवन नरक है स्वर्ग बेचारा संतन दो राधे, हम काहू की कान न कटते अपने गुर प्रसादे। असी ते ज्यों जल में जल आए खटाना, त्यों ज्योति संग जोत समाना। मिट गए गवन पाए विश्राम, नानक प्रभ कै सद कुर्बान। आत्मा दा परमात्मा विच मिल जाना ही असल विच मुक्ति है। गुरु गोबिंद सिंह जी के चरणों विच पीर बुद्धू शाह साहब की हुण उम्र देख के ते पीर बुद्धू शाह देख के मैनू गल्लां कई चेते आ जांदियां ने, क्षमा करियो। एक मैं छोटी पिछों होर कहन लग्या, फिर असी गल पूरी कर। जदों धन गुरु हरगोबिंद साहब सच्चे पातशाह जी ग्वालियर के किले विचों आए, उदों लाहौर राही होके आए हैं। अमृतसर साहब लाहौर राही होके पहुंचे ने। लाहौर दे विच साईं मियां मीर सी। साहब ने इच्छा ज़ाहिर की भी साईं मियां मीर नूं मिलीए। बई मिले तो पहला भी होणगे, अक्सर प्यार भी सी, क्योंकि उन्हें ग्वालियर के किले दे रिहाई बंदी दे विच भी बहुत बड़ा हिस्सा पाया सी। ते जदों उहनूं मिले साईं मियां मीर नूं, साईं मियां मीर ने मिलदियां गुरु जी के घोड़े तो जब उतरन लगे ना, उदों रकाब नूं आप अपने हत्थां विच पकड़ लिया, जिहदे राहीं चरण रख के गुरु जी ने थले उतरना सी। हुण गुरु जी के चरणों नूं पकड़ के जदों साईं मियां मीर ने रकाब दे विचों पैर लाया ते बाहर निकले, ते उधर जिहड़े बाकी लोग सन ना, पीर बुद्धू शाह दे नाल आए साईं मियां मीर नाल बड़ी तकलीफ मनी, उन्हां बड़ी तकलीफ मनी। वो घर आ गए ते सतगुरु जी मिल के चले गए, सारा कारोबार हो गया। ते वो जिहड़े हुण बाकी लोग ने ना, वो साईं मियां मीर नूं घेर के खलोते ने, कहंदे कि पीर जी अज ते तुसीं बड़ा चंबा कर दिता, अज ते सानूं यूं लग्या भी तुसीं इस्लाम नूं झुका दिता। अज सारा साडा तुरक समाज झुक गया जिन्नी गल तुसीं गलत कीती। वो पुछदे ने भी क्यों? कहण लगे इदों वध की हो सकदा है? तुसी गुरु जी की रकाब चलो मनिया दोस्ती हो सकती, तुसी भी पीर हो, भी पीर दोस्ती होगी, गले मिलो एक दूजे नूं जे कर्म करना। तुसी ओहदे पैरां तक, तुसी ओहदे चरणां तक गए और गुरु अडोल खलोता रहा, उन्हें नहीं तुहाडे चरनी हत्थ लाए। तुसी भी पीर हो, तुहाडे चेले ने, तुहाडा नाम है दुनिया दे अंदर। पीर बुद्धू शाह कहण लगे भी भलिया, ਇਹਦੇ ਵਿੱਚ मैं सिर्फ इन्नी गल कह सकना है भई ਉਹਦਾ ਧੰਨਵਾਦ जी ने मैनू ਇਹੋ जी अख दिती है, ਉਹਦਾ ਧੰਨਵਾਦ जी ने मैनू ਇਹੋ जी अख दिती। जो गुरु हरगोबिंद साहब पातशाह विच मैं देख रहा ना, वो तुहाडे कोल वेखण वाली अख नहीं है। जो मैनू ये अल्लाह दिस रहा ना,
जो मैनू ये रब दिस रहा ना तुहानू नहीं दिसदा। अल्लाह दे चरण परसने ही तो सलाम सिखाउंदा है ते मैं अल्लाह दे चरण ही तो परसे ने। मैं फिर नेड़े करा गल नूं। पीर बुद्धू शाह आया ते जदों आके खलो गया ते सतगुरु जी की उम्र अजे बहुत जवानी पैरे दी है, 42 साल तो टोटली उम्र, पौने 43 साल। ते हजूर दे कोल खलो के सामने मत्था टेकन लग्या, रुकिया ते साहब हस के कहन लगे भी पीर बुद्धू शाह जी मत्था टेकना कोई जरूरी नहीं है, एडी काली भी कोई नहीं है, कल परसों चौथ चलो जी करे मत्था टेक दो तो संगत च बराजो, कोई गल नहीं। पीर बुद्धू शाह ने देखिया ते कुछ पल मगरों सोच के फिर मत्था टेक दिता। हुण हजूर ने सवाल कर दिता, पीर जी मत्था बड़ी जल्दी टेक दिता है, की गल पहला बड़ी सोच विच पै गई सी? कहने के सतगुरु सच है भी अज इश्क ते अकल दोवें लड़ पए सन। इश्क कहन लग्या भाई तू किनू मत्था टेकन लगा है, अकल कहन लगी तू किनू मत्था टेकन लगा है, जिनू तू मत्था टेकन लगा तेरी उम्र तो अद्धा है, जिनू तू मत्था टेकन लग्या उहदी उम्र किन्नी को जिहड़ी एडी उहदे कोल धर्म आत्मा दी गल होवे। फिर दूजी गल ए जिनू तू मत्था टेकन लगा तेनू खुद नू लखां लोग मत्था टेकदे ने। पीर बुद्धू शाह मत्था टेकन वाला, मत्था टकवाउण वाला अज मत्था टेकन लगा है, जिन्हें मत्था टकवाया होवे ना उन्हें टेकना बड़ा औखा हुंदा जे। तू मत्था आप टकवाना तू टेकेगा किवें? जदों उन्हें बचन आखे साहब कहने लगे फिर टेकिया क्यों? ना टेकदा तर भी कोई गल नहीं सी। कहंदे टेकिया ते इसलिए जिन्हों गुरु तेग बहादुर साहब गद्दी ते बिठा के गए ने ना, पीर बुद्धू शाह तेरी अख धोखा खांदी है, कोई गां दी बात है, ता करके मत्था टेकिया। दूजी गल ये हुई ते मेरा इश्क जिहड़ा सी इस गल्लों हार गया भई वो दुनिया दे विच देख करे मूर्ख मना, अकलां वाले सदा ही खाली रह गए, जिन्हां ने इश्क कीता प्यार कीता सदा ही अपने आप नूं पर गए ने। ते मैं ते इस लई मत्था टेक दिता तुहाडे चरनां विच। साहब कहण लगे चलो हुण मैं पुछना है तेरी अल्लाह नाल वसल है? पीर बुद्धू शाह पुछदा है, कहण लगे हुण मैं एक सवाल पुछना चाहुंदा, मत्था ते मैं टेक दिता। कहण लगे अल्लाह नाल वसल है? साहब कहने है। साहब कहने है वसल का मतलब अभेदता, मिलाप। कहण लगे है, कहण लगे किहो जिहा? हजूर हस के कहण लगे जिवें दिन अते रात दा। हुण पीर बुद्धू शाह फिर खलो गया, कहण लगे गलती हो गई, दिन अते रात दा तां कदे मिलाप ही नहीं हुंदा, इह किहो जिहा मिलाप है? साहब कहण लगे तेनू क्यों शंका पिया? कहण लगे दिन आउंदा रात चले जांदी है, रात आउंदी दिन चला जांदा है। साहब कहण लगे नहीं भलिया तेनू भुलेखा है, दिन आउंदा रात किते जांदी नहीं, दिन विच समा जांदी है। रात आउंदी दिन किते जांदा नहीं, दस किथे जांदा है? वो रात विच ही समा जांदा है। इसे तरह जीव रब तो पैदा हुंदे ने, जीव रब विच ही तां समा जांदे ने, किथे जांदे ने? असीं तां उस मुक्ति नूं मनदे हां। गुरु चरनां विच जुड़ के उन्हें धन्नवाद कीता। अज आपां चौथे पदार्थ की विचार की है। गुरु कृपा करे, बख्शिश करे, असीं इस गल नूं समझ पाइए। गुरु चरनां विच जुड़ के जिहड़े चार पदार्थ ने उन्हां दी गहरी विचार नूं समझ पाइए। फिर कदे वक्त मिले खुल के विचार होर करांगे। कोईयां भुल्लां दी खिमा। कल रोज तो बाकी कोई विचार शुरू करांगे, जां कल नूं बाबा बंदा सिंह बहादुर दा वो भी शहीदी दिन है, ते वो भी आपां विचारन की कोशिश करांगे। होईयां भुल्लां दी खिमा। प्यार नाल आखो वाहिगुरू जी का खालसा वाहिगुरू जी की फतेह।